ਆਰੰਭ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਆ ਏ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਰੰਭ ਵਿੱਚ ਜ਼ਿਕਰ ਕਰਦੇ ਨੇ ਕਿ ਭਾਦਰੋਂ ਦੇ ਮਹੀਨੇ ਦੇ ਵਿੱਚ ਦੇਖੋ ਜੀ ਇਸ ਜੀਵ ਆਤਮਾ ਦੀ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਵਿਚਾਰ ਬਖਸ਼ਿਸ਼ ਕੀਤੀ ਹੈ। ਪਰ ਇੱਥੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਦੇਖੋ ਬੰਦਾ ਭਟਕਦਾ ਪਿਆ ਹੈ। ਅਸੀਂ ਆਮ ਤੌਰ ਤੇ ਜਦੋਂ ਭਾਦਰੋਂ ਸ਼ਬਦ ਦੇਖਦੇ ਹਾਂ, ਪਰ ਇੱਥੇ ਉਚਾਰਨ ਕੀਤਾ ਹੋਇਆ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਵਡਿਆਈ ਭਾਦੋਏ। ਸਤਿਗੁਰੂ ਜੀ ਅਰਜ਼ ਕਰਦੇ ਨੇ ਕਿ ਦੇਖੋ ਜਿਹੜੀ ਜੀਵ ਆਤਮਾ ਜੀਵ ਇਸਤਰੀ ਹੈ, ਦੂਜੇ ਲੱਗਾ ਹੇਤ ਆਪਣੇ ਖਸਮ ਪਤੀ ਦੇ ਨਾਲੋਂ ਵਿਛੜ ਕਰਕੇ ਤੇ ਕਿਸੇ ਦੂਸਰੇ ਦੇ ਨਾਲ ਜਿਹੜਾ ਇਹਨਾਂ ਸੰਬੰਧ ਬਣਾ ਕੇ ਬੈਠੀ ਹੈ। ਜੀਵ ਆਤਮਾ ਜਿਹੜੀ ਹੈ ਵਿਕਾਰਾਂ ਵਿੱਚ ਰਮੀ ਪਈ ਹੈ। ਸਾਡੇ ਤੋਂ ਤੱਕ ਹਿਰਦੇ ਵਿੱਚ ਜਿੱਥੇ ਗੁਰੂ ਦਾ ਪਿਆਰ ਪੈਦਾ ਹੋਣਾ ਸੀ, ਉੱਥੇ ਵਿਕਾਰ ਜਿਹੜੇ ਨੇ ਰਮ ਰਹੇ ਨੇ। ਸਤਿਗੁਰੂ ਜੀ ਨੇ ਇੱਕ ਬਚਨ ਬਖਸ਼ਿਆ ਏ ਦੂਜੇ ਲੱਗਾ ਹੇਤ। ਚਾਹੇ ਜੀ ਉਹਨੂੰ ਦੁਨਿਆਵੀ ਪੱਖ ਦੇ ਅਕੋਰਡਿੰਗ ਦੇਖ ਲਈਏ, ਚਾਹੇ ਉਹਨੂੰ ਇੱਥੋਂ ਤੱਕ ਅੰਤਰ ਰੁਚੀ ਆਧਾਰ ਜਿਹੜਾ ਇਹਨਾਂ ਬਣਾ ਕਰਕੇ ਦੇਖ ਲਈ ਕਿ ਅੰਦਰੂਨੀ ਪੱਖ ਤੇ ਸਤਿਗੁਰੂ ਜੀ ਨੇ ਆਤਮਾ ਨੂੰ ਇਹ ਸੇਧ ਬਖਸ਼ਿਸ਼ ਕੀਤੀ ਹੈ। ਜਿੱਥੇ ਆਤਮਾ ਨੂੰ ਸੇਧ ਪਈ ਬਖਸ਼ਿਸ਼ ਕੀਤੀ ਹੈ, ਪਾਤਸ਼ਾਹ ਜੀ ਨੇ ਇੱਥੋਂ ਤੱਕ ਬਾਹਰੀ ਤੌਰ ਤੇ ਬੰਦੇ ਨੂੰ ਚੰਗੇ ਕਰਮ ਜਿਹੜੇ ਹੈ ਹੱਥਾਂ ਦੇ ਨਾਲ ਕਰਨ ਦੇ ਲਈ ਇੱਥੋਂ ਤੱਕ ਵਰਜਿਆ ਹੈ ਕਿ ਭਾਗਾਂ ਵਾਲੇ ਪੁਰਖ ਆਹ ਕੰਮ ਚੰਗੇ ਕਰਨੇ ਸੀ ਤੇ ਕਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ। ਜਿਨ੍ਹਾਂ ਕੰਮਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਵਰਜਿਆ ਉਹ ਨਹੀਂ ਕਰਨੇ, ਜਿਨ੍ਹਾਂ ਤੋਂ ਇੱਥੋਂ ਤੱਕ ਕੰਮ ਕਰਨ ਲਈ ਆਖਿਆ ਉਹ ਕਰਨਾ ਹੈ। ਸਭ ਕਹਿੰਦੇ ਉਹ ਕਰਮ ਜਿਹੜੇ ਕਮਾਉਣੇ ਨੇ। ਦੂਜੇ ਲੱਗਾ ਹੇਤ ਆਪਣੇ ਖਸਮ ਦੇ ਨਾਲੋਂ ਟੁੱਟ ਕੇ ਪਾਤਸ਼ਾਹ ਕਹਿਣ ਲੱਗੇ ਕਿ ਜਦੋਂ ਦੂਜੇ ਦੇ ਨਾਲ ਮੋਹ ਬਣ ਜਾਂਦਾ ਹੈ, ਹੇਤ ਪ੍ਰੀਤ ਬਣ ਜਾਂਦੀ। ਅੱਗੇ ਸਭ ਬਚਨ ਕਰਦੇ ਨੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਹੁਣ ਦੇਖੋ ਜੀ ਬੰਦਾ ਤੇ ਲੱਖਾਂ ਜਿਹੜਾ ਇਹਨਾਂ ਸ਼ਿੰਗਾਰ ਕਰਦਾ ਹੈ। ਸਭ ਕਹਿੰਦੇ ਦੇਖੋ ਫਿਰ ਜੀਵ ਇਸਤਰੀ ਲੱਖਾਂ ਹੀ ਸ਼ਿੰਗਾਰ ਕਰਦੀ ਹੈ, ਸ਼ਿੰਗਾਰ ਕਰਕੇ ਆਪਣੀ ਸੁੰਦਰਤਾ ਕਾਇਮ ਕਰੇਗੀ। ਕਾਰਜ ਨਾਹੀ ਕੇਤ, ਕਿਸੇ ਵੀ ਕੰਮ ਨਹੀਂ ਗਏ। ਸਤਿਗੁਰੂ ਜੀ ਕਹਿਣ ਲੱਗੇ ਦੇਖੋ ਜਿੰਨਾ ਮਰਜ਼ੀ ਤੋਂ ਤੱਕ ਚਾਹੇ ਆਤਮਾ ਨੂੰ ਵਿਕਾਰ ਜਿਹੜੇ ਨਾ ਲਗਾਈ ਚੱਲੀਏ, ਪਰ ਇਹ ਵਿਕਾਰ ਵੀ ਕਿਸੇ ਕੰਮ ਨਹੀਂ। ਜੇ ਬਾਹਰੀ ਤੌਰ ਤੇ ਸੋਚਦੇ ਆ ਕਿ ਇਸਤਰੀ ਸ਼ਿੰਗਾਰ ਕਰੇ, ਕਿਸੇ ਕੰਮ ਨਹੀਂ ਗਏ। ਅੱਗੇ ਇੱਥੇ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਜਿੱਦਣ ਦੇਖੋ ਜੀ ਇਹ ਜਿਹੜੀ ਸਰੀਰ ਵਾਹਿਗੁਰੂ ਪ੍ਰਮਾਤਮਾ ਨੇ ਸਾਨੂੰ ਮਨੁੱਖਾ ਜਾਮਾ ਪੰਜ ਭੂਤਕ ਬਖਸ਼ਿਸ਼ ਕੀਤਾ ਹੈ, ਇੱਕ ਨਾ ਇੱਕ ਦਿਨ ਇਹਨੇ ਬਿਨਸ ਜਾਣਾ ਹੈ, ਖਤਮ ਹੋ ਜਾਣਾ ਹੈ। ਕਿਉਂਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਹਜ਼ੂਰੀ ਵਿੱਚ ਬਿਰਾਜਮਾਨ ਹੁੰਨੇ ਆ ਤੇ ਮਨ ਦੇ ਵਿੱਚ ਸਾਡੇ ਇੱਕ ਪਿਆਰ ਸਤਿਗੁਰੂ ਦੀ ਬਾਣੀ ਪੈਦਾ ਕਰਦੀ ਹੈ ਕਿ ਦੇਖੋ ਸ਼ੁਰੂ ਤੋਂ ਲੈ ਕਰਕੇ ਅੰਤ ਤੱਕ ਜਿਹੜੀ ਗਾਥਾ ਇਹਨਾਂ ਬੰਦੇ ਨੂੰ ਚੇਤੇ ਰੱਖਣੀ ਚਾਹੀਦੀ ਹੈ। ਕਿਉਂ? ਕਾਰਨ ਕੀ? ਜਿੱਦਣ ਬੰਦਾ ਇਹ ਵਿਚਾਰ ਨੂੰ ਭੁਲਾ ਦਿੰਦਾ ਏ, ਦਰ ਦਰ ਦੀਆਂ ਠੋਕਰਾਂ ਉਦਣ ਹੀ ਖਾਣੀਆਂ ਸ਼ੁਰੂ ਕਰ ਦਿੰਦਾ। ਸਤਿਗੁਰੂ ਜੀ ਨੇ ਜਿਵੇਂ ਇੱਥੇ ਕਥਨ ਕੀਤਾ ਏ ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਕਿ ਜਿਸ ਦਿਨ ਇਹ ਦੇਹ ਨੇ ਬਿਨਸ ਜਾਣਾ ਹੈ, ਤਿਤ ਵੇਲੇ ਕਹਿਸਨ ਪ੍ਰੇਤ, ਤੇ ਸਾਰਿਆਂ ਨੇ ਦੇਖੋ ਜੀ ਫਿਰ ਭੂਤ ਭੂਤ ਕਹਿ ਕੇ ਨਾ ਸਾਡੇ ਤੋਂ ਦੂਰ ਹੋ ਜਾਣਾ। ਜਿੱਦਣ ਇਹ ਸਰੀਰ ਜਿਹੜਾ ਇਹ ਘਰ ਵਿੱਚ ਪਿਆ ਹੋਵੇ ਨਾ, ਇਹ ਲੋਥ ਜਿਹੜਾ ਇਹ ਨਾ ਸਰੀਰ ਸਾਡੀ ਪਈ ਹੋਵੇ ਕਿਤੇ ਨਾ ਕਿਤੇ ਲੋਥ, ਫਿਰ ਦੇਖੋ ਜੀ ਹਰ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਕਹਿੰਦਾ ਇਹ ਸਮਾਂ ਬਹੁਤ ਜ਼ਿਆਦਾ ਹੋ ਰਿਹਾ ਹੈ, ਘਰ ਵਿੱਚ ਸਰੀਰ ਕਿਉਂ ਰੱਖਿਆ, ਇਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਜਿਹੜਾ ਇਹਨਾਂ ਅੱਗ ਲਾ ਕੇ ਸਾੜ ਦਿੱਤਾ ਜਾਵੇ। ਤਿਤ ਵੇਲੇ ਕਹਿਸਨ ਪ੍ਰੇਤ, ਇਹ ਭਾਵਨਾ ਉੱਥੋਂ ਦੇ ਉਹਨਾਂ ਦੇ ਮਨ ਵਿੱਚ ਇਹ ਹੁੰਦੀ ਹੈ ਕਿ ਭੂਤ ਕਹਿ ਕੇ ਦੂਰ ਹੁੰਦੇ ਨੇ। ਆਪ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਸੁਣਿਆ, ਜਾਬੀ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਆਤਮਾ ਇਸ ਸਰੀਰ ਵਿੱਚੋਂ ਨਿਕਲ ਗਈ, ਸਰੀਰ ਇਕੱਲਾ ਰਹਿ ਗਿਆ ਤੇ ਨਾਲ ਨਿਭਣ ਵਾਲੀ ਜਿਹੜੀ ਧਰਮ ਪਤਨੀ ਹੈ ਉਹਨੇ ਵੀ ਪ੍ਰੇਤ ਪ੍ਰੇਤ ਭੂਤ ਕਹਿ ਕੇ ਦੂਰ ਹੋ ਜਾਣਾ। ਰਿਸ਼ਤੇਦਾਰਾਂ ਦੀ ਤੇ ਗੱਲ ਕਿਧਰੇ ਰਹੀ ਹੈ।
ਦੁਨਿਆਵੀ ਪੱਖ ਦੇ ਅਨੁਸਾਰ ਪਾਤਸ਼ਾਹ ਜੀ ਕਹਿੰਦੇ ਮਨ ਵਿੱਚ ਕਿਤੇ ਨਾ ਕਿਤੇ ਸੀ ਜਿੱਥੇ ਸੰਸਾਰ ਦੇ ਵਿੱਚ ਰੁਚੀ ਅਦਾ ਕਰਦੇ ਆ, ਕੰਮਾਂ ਕਾਰਾਂ ਵਿੱਚ ਖਚਤ ਆ, ਉੱਥੇ ਆਪਣੇ ਅੰਦਰ ਜਿਹੜਾ ਇਹਨਾਂ ਗੁਰੂ ਦਾ ਪਿਆਰ ਵੀ ਪੈਦਾ ਕਰ ਲਈਏ, ਆਪਣੇ ਅੰਦਰ ਗੁਰੂ ਦੀ ਪ੍ਰੀਤ ਜਿਹੜੀ ਇਹਨਾਂ ਪੈਦਾ ਕਰ ਲਈਏ। ਤਿਤ ਵੇਲੇ ਕਹਿਸਨ ਪ੍ਰੇਤ, ਤੇ ਉਦੋਂ ਵੀ ਇੱਥੋਂ ਤੱਕ ਸਾਰਿਆਂ ਨੇ ਭੂਤ ਕਹਿ ਕਹਿ ਕੇ ਸਾਡੇ ਤੋਂ ਕੋਹਾਂ ਦੂਰ ਹੋ ਜਾਣਾ ਹੈ। ਸਤਿਗੁਰੂ ਜੀ ਬਾਣੀ ਵਿੱਚ ਬਚਨ ਕਰਦੇ ਨੇ ਕਿ ਦੇਖੋ ਜਨਮ ਤੋਂ ਲੈ ਕੇ ਅਖੀਰ ਤੱਕ ਬੰਦੇ ਦੀ ਵਾਂਗ ਡੋਰ ਗਾਥਾ ਕਿਸ ਤਰ੍ਹਾਂ ਦੀ ਹੈ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਈ ਬਾਪ ਕੀ ਸੁਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁਛੇ ਜਾਤ, ਸਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੁਆ ਸਵਾ। ਪਾਤਸ਼ਾਹ ਜੀ ਕਹਿੰਦੇ ਦੇਖੋ ਜਨਮ ਤੋਂ ਲੈ ਕਰਕੇ ਨਾ ਬੰਦਾ ਕਹਿੰਦਾ ਹੈ ਕਿ ਮੈਂ ਮੋਹ ਮਾਇਆ ਦੇ ਵਿੱਚ ਖਚਤ ਰਹਿਣਾ ਹੈ, ਮਾਇਆ ਦੇ ਵਿੱਚ ਇੱਥੋਂ ਤੱਕ ਗੁਲਤਾਨ ਰਹਿਣਾ ਹੈ। ਪਰ ਇੱਕ ਨਾ ਇੱਕ ਦਿਨ ਜਿਹੜਾ ਹੈ ਨਾ ਕਿਸੇ ਨੇ ਭੂਤ ਸਾਨੂੰ ਕਹਿ ਹੀ ਦੇਣਾ ਹੈ, ਬੰਦਾ ਤੇ ਇੱਥੋਂ ਤੱਕ ਜਿਉਂਦੇ ਜੀ ਇੱਥੋਂ ਤੱਕ ਭੂਤ ਦੇ ਸਮਾਨ ਬਣਿਆ ਜੀ। ਰੱਬ ਦੀ ਬੰਦਗੀ ਤੋਂ ਜਦੋਂ ਕੋਹਾਂ ਦੂਰ ਹੈ, ਗੁਰੂ ਦੀ ਨਿਗਾਹ ਦੇ ਵਿੱਚ ਸਭ ਤੋਂ ਵੱਡਾ ਉਹ ਭੂਤ ਹੈ, ਸਭ ਤੋਂ ਵੱਡਾ ਉਹ ਪ੍ਰੇਤ ਹੈ। ਕਾਰਨ ਕੀ ਹੈ ਕਿ ਰੱਬ ਨੇ ਜਿਹੜੇ ਰਾਹ ਤੇ ਸਾਨੂੰ ਚੱਲਣ ਲਈ ਆਖਿਆ, ਜਿਸ ਮਾਰਗ ਦੇ ਪਾਂਧੀ ਬਣਾਇਆ, ਉਸ ਰਸਤੇ ਦੇ ਧਾਰਨੀ ਅਸੀਂ ਨਹੀਂ ਬਣਦੇ, ਉਸ ਮਾਰਗ ਦੇ ਪਾਂਧੀ ਅਸੀਂ ਨਹੀਂ ਬਣ ਕੇ ਖੁਸ਼। ਤੇ ਸਭ ਕਹਿੰਦੇ ਨੇ ਦੇਖੋ ਫਿਰ ਵਾਂਗ ਡੋਰ, ਅੰਤ ਨੂੰ ਬੰਦੇ ਦਾ ਜਿਹੜਾ ਹੈ ਨਾ ਸਾਹ ਪ੍ਰਾਣ ਜਿਹੜੇ ਨਿਕਲ ਜਾਂਦੇ ਨੇ ਤੇ ਮਿੱਟੀ ਦੇ ਵਿੱਚ ਮਿੱਟੀ ਹੋ ਜਾਂਦਾ ਹੈ। ਜਿਵੇਂ ਕੋਈ ਬੰਜਰ ਜ਼ਮੀਨ ਦਾ ਮੁੱਲ ਨਹੀਂ ਨਾ ਰਹਿ ਜਾਂਦਾ, ਉਸੇ ਤਰ੍ਹਾਂ ਇਹ ਸਰੀਰ, ਇਸ ਦੇਹ ਦਾ, ਲੋਥ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਜਾਂ ਤੇ ਇਹਨੂੰ ਮਿੱਟੀ ਦੇ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ ਤੇ ਜਾਂ ਇਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ। ਦਸਵੇਂ ਦੱਦਾ ਹੁਆ ਸਵਾਹ, ਦੇਖੋ ਜੀ ਇਹ ਸਰੀਰ ਮਿੱਟੀ ਦੇ ਵਿੱਚ ਰਲ ਕੇ ਮਿੱਟੀ ਹੋ ਚੁੱਕਾ ਹੈ। ਤੇ ਉਦਨ ਸਾਨੂੰ ਇਹ ਮਨ ਦੇ ਵਿੱਚ ਵਿਚਾਰ ਜਿਹੜੀ ਚੇਤੇ ਆਵੇਗੀ ਕਿ ਵਾਕਿਆ ਮੇਰੇ ਪ੍ਰਮਾਤਮਾ ਸਰੀਰ ਵੀ ਮਿੱਟੀ ਸੀ ਤੇ ਮਿੱਟੀ ਵਿੱਚ ਰਲ ਗਿਆ। ਗਿਆਨ ਦੇਖੋ ਜੀ ਸਾਨੂੰ ਉਦੋਂ ਮਨ ਵਿੱਚ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਕੁਝ ਨਾ ਕੁਝ ਅੱਖੀ ਚੀਜ਼ ਪਈ ਦੇਖ ਲੈਂਦੇ ਹਾਂ। ਸਤਿਗੁਰੂ ਜੀ ਆਖਦੇ ਨੇ ਕਿ ਦੇਖੋ ਇਹੋ ਜਿਹੀ ਵਿਚਾਰ ਨੂੰ ਚੇਤੇ ਰੱਖੀਏ। ਅੱਗੇ ਸਭ ਬਚਨ ਕਰਦੇ ਨੇ, ਪਕੜ ਚਲਾਏ ਨ ਦੂਤ ਜਮ, ਕਿਸੇ ਨਾ ਦੇਣੀ ਭੇਤ। ਤੇ ਜਦੋਂ ਜਮ ਆਉਂਦੇ ਨੇ ਨਾ ਦੂਤ, ਅੱਗੇ ਲੈ ਜਾ ਕੇ ਤੁਰਦੇ ਨੇ, ਫਿਰ ਆਪ ਮਗਰ ਹੁੰਦੇ ਨੇ ਤੇ ਬੰਦੇ ਨੂੰ ਅੱਗੇ ਲਾ ਕੇ ਤੋਰਦੇ ਨੇ। ਪਕੜ ਚਲਾਏ ਨ ਦੂਤ ਜਮ, ਪਕੜ ਕੇ ਨਾ ਫਿਰ ਅੱਗੇ ਲਾ ਲੈਂਦੇ ਨੇ, ਪਿੱਛੇ ਆਪ ਹੁੰਦੇ ਨੇ। ਕਿਸੇ ਨਾ ਦੇਣੀ ਭੇਤ, ਤੇ ਪਤਾ ਕਿਸੇ ਨੂੰ ਲੱਗਦਾ ਨਹੀਂ, ਭਾਵੇਂ ਕਿੰਨਾ ਵੀ ਭਗਵਤ ਭਰਾ ਹੋਵੇ, ਕੋਈ ਸਗਾ ਮਿੱਤਰ ਹੋਵੇ ਨਾ, ਕੋਈ ਪ੍ਰੇਮੀ ਹੋਵੇ, ਉਹਨੂੰ ਵੀ ਇੱਥੋਂ ਤੱਕ ਪਤਾ ਨਹੀਂ ਲੱਗਦਾ ਕਿ ਸਾਨੂੰ ਵਾਹਿਗੁਰੂ ਪ੍ਰਮਾਤਮਾ ਜਿਹੜਾ ਇਹਨਾਂ ਲੈ ਕੇ ਤੁਰ ਚੱਲਿਆ ਹੈ। ਸਾਹਿਬ ਨੇ ਐਵੇਂ ਨਹੀਂ ਬਾਣੀ ਵਿੱਚ ਬਚਨ ਕੀਤਾ, ਹਰ ਜਪਦਿਆਂ ਖਿਨ ਢੇਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਇੱਕ ਸਾਹ ਲੈ ਰਹੇ ਆ, ਉਹ ਤੋਂ ਅਗਲੇ ਸਾਹ ਦਾ ਵੀ ਬੰਦੇ ਨੂੰ ਪਤਾ ਨਹੀਂਗਾ। ਬੰਦਾ ਮਾਨ ਤੇ ਗਰੂਰ ਕਰਕੇ ਬੈਠਾ ਹੈ ਨਾ, ਪਰ ਬੰਦੇ ਨੂੰ ਇਹ ਵਿਚਾਰ ਦੇ ਬਾਰੇ ਨਹੀਂ ਪਤਾ ਕਿ ਅਗਲਾ ਸਾਹ ਜਿਹੜਾ ਮੈਂ ਲੈਣਾ ਹੈ ਉਹ ਇੱਥੋਂ ਤੱਕ ਉਹਦਾ ਮੈਂ ਮਾਲਕ ਹਾਂ, ਜਾਂ ਇੱਥੋਂ ਤੱਕ ਉਹ ਮਾਲਕ ਹੈ ਜਿਹਨੇ ਇਹ ਸਾਹ ਦਿੱਤੇ ਨੇ। ਅਗਲੇ ਸਾਹਾਂ ਦੇ ਅਸੀਂ ਮਾਲਕ ਖੁਦ ਬਣ ਕੇ ਬੈਠੇ ਹਾਂ। ਸਾਹਿਬ ਨੇ ਸਾਨੂੰ ਇੱਥੋਂ ਤੱਕ ਜਿਹੜਾ ਸਰੀਰ ਦਿੱਤਾ, ਤਨ ਤੇ ਪਾਉਣ ਲਈ ਬਸਤਰ ਦਿੱਤੇ, ਖਾਣ ਲਈ ਸਾਨੂੰ ਭੋਜਨ ਦਿੱਤਾ, ਭੁੱਖ ਮਿਟਾਉਣ ਵਾਸਤੇ ਸਾਨੂੰ ਖਾਣਾ ਜਿਹੜਾ ਪਦਾਰਥ ਬਖਸ਼ੇ, ਪਰ ਅਸੀਂ ਫਿਰ ਵੀ ਉਹਦਾ ਸ਼ੁਕਰਾਨਾ ਜਿਹੜਾ ਮਨ ਦੇ ਵਿੱਚੋਂ ਦੂਰ ਕੀਤਾ। ਸਾਹਿਬ ਕਹਿੰਦੇ ਨੇ ਤੇਰੇ ਤੇ ਇੱਥੋਂ ਤੱਕ ਕਿੰਨੀ ਅਪਾਰ ਕਿਰਪਾ ਕੀਤੀ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਸਭ ਕੁਝ ਵਾਹਿਗੁਰੂ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ। ਅਸੀਂ ਕਿਵੇਂ ਮਨ ਘਰੋਂ ਚਲੀਏ ਕਿ ਸਤਿਗੁਰੂ ਦਾਤਾ ਤੂੰ ਤੇ ਸਾਡੇ ਲਈ ਕੁਝ ਕੀਤਾ ਹੀ ਨਹੀਂ, ਤੂੰ ਸਭ ਕੁਝ ਕੀਤਾ ਹੈ, ਤੂੰ ਸਾਰਿਆਂ ਤੇ ਦਇਆ ਕਰਨ ਵਾਲਾ ਹੈ, ਆਪਣੀ ਰਹਿਮਤ ਜਿਹੜੀ ਇਹਨਾਂ ਬਖਸ਼ਿਸ਼ ਕਰਨ ਵਾਲਾ ਹੈ। ਤੇ ਸਾਹਿਬ ਕਹਿੰਦੇ ਦੇਖੋ ਜੀ ਫਿਰ ਜਿਹੜਾ ਇਹਨਾਂ ਭੇਤ ਵੀ ਕਿਸੇ ਨੂੰ ਸਗੇ ਪ੍ਰੇਮੀ ਨੂੰ ਵੀ ਨਹੀਂ ਦਿੱਤਾ ਜਾਂਦਾ ਕਿ ਰੱਬ ਕਿਹੜੇ ਵੇਲੇ ਅੱਗੇ ਲਾ ਕੇ ਲੈ ਜਾਂਦਾ ਹੈ, ਕਿਹੜੇ ਵੇਲੇ ਇੱਥੋਂ ਤੱਕ ਦੂਤ ਆਉਂਦੇ ਨੇ ਲੈ ਕੇ ਅੱਗੇ ਲੈ ਜਾਂਦੇ। ਕੋਈ ਇੱਥੋਂ ਤੱਕ ਇਹ ਵਿਚਾਰ ਨਹੀਂ ਜਾਣ ਸਕਦਾ, ਕੇਵਲ ਤਾਂ ਕੇਵਲ ਪ੍ਰਮਾਤਮਾ ਤੋਂ ਬਿਨਾਂ। ਸਭ ਅੱਗੇ ਇਸੇ ਤਰ੍ਹਾਂ ਬਾਣੀ ਵਿੱਚ ਪੈ ਹਵਾਲਾ ਬਖਸ਼ਿਸ਼ ਕਰਦੇ ਨੇ, ਛੱਡ ਖੜੋਤੇ ਖਿਨੇ ਮਾਹੀ ਜਿਨ ਸੋ ਲੱਗਾ ਹੇਤ। ਹੁਣ ਦੇਖੋ ਜੀ ਸਭ ਕਹਿੰਦੇ ਗਾਥਾ ਇੱਕ ਮਨ 'ਚ ਵਿਚਾਰ ਚੇਤੇ ਕਰਨ ਵਾਲੀ ਇਹ ਹੈ, ਅਸੀਂ ਕਿਹਨਾਂ ਦੇ ਸਹਾਰੇ ਬੈਠੇ ਸੀ। ਦੁਨਿਆਵੀ ਪੱਖ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਨਾਲ ਦੇਖੋ ਜੀ ਸਾਡੇ ਰਿਸ਼ਤੇਦਾਰ ਢੁਕਣ ਵਾਲੇ ਨੇ, ਸਾਡੇ ਨਾਲ ਦੇਖੋ ਜੀ ਸਾਡਾ ਪਰਿਵਾਰ ਢੁਕਣ ਵਾਲਾ ਹੈ,
ਪਰ ਅੰਤ ਨੂੰ ਇੱਥੋਂ ਤੱਕ ਜਿਹੜੀ ਇਹਨਾਂ ਵਿਚਾਰ ਇਹ ਸਾਹਮਣੇ ਆ ਹੀ ਜਾਂਦੀ ਹੈ ਕਿ ਜਦਨ ਬੰਦਾ ਇੱਥੋਂ ਤੱਕ ਆਪਣੇ ਸਾਹ ਪ੍ਰਾਣ ਤਿਆਗ ਦਿੰਦਾ ਹੈ, ਸਰੀਰ ਇੱਥੋਂ ਤੱਕ ਜਿਹੜਾ ਹੈ ਨਾ ਇਸ ਸੰਸਾਰ ਦੇ ਵਿੱਚ ਛੱਡ ਕੇ ਤੇ ਆਪਣੀ ਜਿਹੜੀ ਹੈ ਨਾ ਰੂਹ ਦੇਖੋ ਜੀ ਲੈ ਕਰਕੇ ਅੱਗੇ ਤੁਰ ਪੈਂਦਾ ਹੈ, ਉਦੋਂ ਉਹ ਬੰਦੇ ਨੂੰ ਪਤਾ ਲੱਗਦਾ ਹੈ ਕਿ ਵਾਕਿਆ ਹੀ ਛੱਡ ਖੜੋਤੇ ਖਿਣੇ ਮਾਹੇ, ਜਿਨ੍ਹਾਂ ਦੇ ਨਾਲ ਤਾਂ ਅਸੀਂ ਪ੍ਰੇਮ ਬਣਾ ਕੇ ਬੈਠੇ ਸੀ ਉਹ ਕਿਹੜੇ ਨਾਲ ਤੁਰ ਪਏ। ਕਦੀ ਦੇਖਿਆ ਜੀ ਇਸ ਤਰ੍ਹਾਂ ਦੀ ਵਿਚਾਰ ਹੋਵੇ ਕਿ ਜਿੱਦਣ ਬੰਦੇ ਨੂੰ ਸਾੜਿਆ ਜਾ ਰਿਹਾ ਹੋਵੇ ਤੇ ਕੋਈ ਵੀ ਬੰਦਾ ਕਹਿੰਦਾ ਏ ਰੋਂਦੇ ਭਾਵੇਂ ਤੁਸੀਂ ਲੱਖਾਂ ਵੇਖ ਲਿਓ ਜੇ, ਨੇਤਰਾਂ 'ਚ ਹੰਝੂ ਕੇਰਦੇ ਭਾਵੇਂ ਇੱਥੋਂ ਤੱਕ ਕਰੋੜਾਂ ਵੇਖ ਲਿਓ ਜੇ, ਪਰ ਜਿਹੜਾ ਬਲ ਦੀ ਚਿਖਾ ਦੇ ਵਿੱਚ ਇੱਥੋਂ ਤੱਕ ਬੰਦਾ ਸੜ ਰਿਹਾ ਏ, ਪਰ ਕਿਤੇ ਨਾ ਕਿਤੇ ਉਹਦਾ ਪ੍ਰੇਮੀ ਇਹ ਗੱਲ ਕਹਿ ਸਕਦਾ ਹੈ ਕਿ ਮੈਂ ਵੀ ਉਹਦੇ ਨਾਲ ਜਿਉਂਦਾ ਹੀ ਛੱਡ ਜਾਵਾਂ। ਇਸ ਵਿਚਾਰ ਨੂੰ ਤੇ ਖਤਮ ਕੀਤਾ ਹੈ ਨਾ। ਪੁਰਾਤਨ ਸਮਿਆਂ ਵਿੱਚ ਇੱਥੋਂ ਤੱਕ ਇਹ ਵਿਚਾਰ ਹੁੰਦੀ ਸੀ ਕਿ ਜੇ ਕਿਸੇ ਦਾ ਪਤੀ ਗੁਜ਼ਰ ਜਾਣਾ ਤੇ ਪਤਨੀ ਨੂੰ ਨਾਲ ਸੜਨਾ ਪੈਂਦਾ ਸੀ, ਸਤੀ ਪ੍ਰਥਾ। ਮੇਰੇ ਪਾਤਸ਼ਾਹ ਜੀ ਨੇ ਵਡਿਆਈ ਬਖਸ਼ੀ ਫਿਰ ਇਹਨਾਂ ਨੂੰ। ਪਰ ਦੇਖੋ ਇੱਕ ਇਹ ਵਿਚਾਰ ਹੈ ਸੋਚਣ ਵਾਲੀ ਕਿ ਬੰਦਾ ਇੱਥੋਂ ਤੱਕ ਲੱਖਾਂ ਰੋ ਲੈਣ, ਕਰੋੜਾਂ ਇੱਥੋਂ ਤੱਕ ਹਮਦਰਦੀ ਵੀ ਹੋਣ, ਪਰ ਯਤਨਸ਼ੀਲ ਨਹੀਂ ਹੋਇਆ ਜਾਂਦਾ। ਸਾਹਿਬ ਕਹਿੰਦੇ ਨੇ ਸੱਚੀ ਗੱਲ ਹੈ ਨਾ, ਇਹਨੂੰ ਜਿਹਨ ਦੇ ਵਿੱਚ ਹਿਰਦੇ ਵਿੱਚ ਕਮਾ ਲਈਏ। ਛੱਡ ਖੜੋਤੇ ਖਿਨੇ ਮਾਹੇ। ਦੇਖੋ ਜੀ ਸਾਕ ਸੰਬੰਧੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਜਾਂਦੇ ਆ ਨਾ ਬੰਦੇ, ਅੱਗ ਲਾਈ ਹੁੰਦੀ ਹੈ ਲੋਥ ਨੂੰ, ਸੜ ਰਹੀ ਹੁੰਦੀ ਹੈ ਦੇਹ, ਤੇ ਲਾਗੇ ਸਾਰੇ ਜਿੰਨੇ ਵੀ ਆਲੇ ਦੁਆਲੇ ਜਿਹੜੇ ਸਾਕ ਸੰਬੰਧੀ ਖੜੇ ਹੁੰਦੇ ਪਾਸੇ ਹੋ ਕੇ ਖਲੋਤੇ ਹੁੰਦੇ ਨੇ ਨਾ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੇਤ, ਜਿਹਦੇ ਨਾਲ ਪ੍ਰੇਮ ਵੀ ਹੈ ਪ੍ਰੀਤ ਵੀ ਹੈ ਨਾ, ਉਹ ਵੀ ਪਾਸੇ ਹੋ ਕੇ ਰੂ ਰਿਹਾ ਹੁੰਦਾ ਹੈ ਤੇ ਪਾਸੇ ਹੈ ਨਾ। ਸਤਿਗੁਰੂ ਜੀ ਇਹ ਬਚਨ ਕਰਦੇ ਨੇ, ਇੱਕ ਵਿਚਾਰ ਦੇਖੋ, ਚਾਹੇ ਰੋਣ ਇੱਥੋਂ ਤੱਕ, ਚਾਹੇ ਹਮਦਰਦੀ ਰੱਖਣ, ਚਾਹੇ ਪ੍ਰੀਤ ਪੈਦਾ ਕਰਨ, ਬੰਦੇ ਦੀ ਯਾਦ ਨੂੰ ਚੇਤੇ ਕਰਕੇ ਜਿਹੜਾ ਰੋਇਆ ਜਾਂਦਾ ਹੈ। ਪਰ ਜਿਹੜਾ ਇੱਥੋਂ ਤੱਕ ਕਵੇ ਬੰਦਾ ਕਿ ਸਦਾ ਅਖੀਰ ਤੱਕ ਵੀ ਨਾ ਨਿਭਣਾ ਹੈ, ਨਾ ਤੇ ਪੈਸਾ ਨਾਲ ਨਿਭਿਆ ਜਾਂਦਾ ਹੈ, ਨਾ ਇੱਥੋਂ ਤੱਕ ਜਿਹੜਾ ਇਹਨਾਂ ਧੀਆਂ ਪੁੱਤਰ ਨਾਲ ਨਿਭਦੇ ਨੇ ਅਖੀਰ ਦੇ ਸਮੇਂ, ਅੰਤ ਦੇ ਸਮੇਂ। ਅਸੀਂ ਇਹ ਨਹੀਂ ਵਿਚਾਰ ਰੱਖਣੀ ਕਿ ਦੇਖੋ ਕੋਈ ਨਿਭਦਾ ਨਹੀਂ ਹੈ, ਨਿਭਣ ਵਾਲਾ ਹੈ ਤੇ ਨਿਭਣ ਵਾਲੇ ਨੂੰ ਅਸੀਂ ਧਿਆਇਆ ਕਰੀਏ, ਨਿਭਣ ਵਾਲੇ ਨੂੰ ਅਸੀਂ ਚੇਤੇ ਕਰਿਆ ਕਰੀਏ। ਉਹ ਹੈ ਸਤਿਗੁਰੂ ਪ੍ਰਮਾਤਮਾ ਦਾ ਨਾਮ। ਤੇ ਜਦੋਂ ਅਸੀਂ ਨਾਮ ਦੀ ਆਰਾਧਨਾ ਕਰ ਲਵਾਂਗੇ ਨਾ ਤੇ ਅੰਤ ਨੂੰ ਵਾਹਿਗੁਰੂ ਪ੍ਰਮਾਤਮਾ ਰਹਿਮਤ ਕਰਦਾ ਹੈ, ਕਿਰਪਾ ਆਪਣੀ ਜਿਹੜੀ ਬਣਾ ਕਰਕੇ ਰੱਖਦਾ ਹੈ। ਸਾਹਿਬ ਜੀ ਇੱਥੇ ਬਚਨ ਕਰਦੇ ਨੇ, ਜਿਨ ਸਿਓ ਲੱਗਾ ਹੇਤ, ਜਿਹਦੇ ਨਾਲ ਪ੍ਰੀਤ ਸੀ ਨਾ ਉਹ ਵੀ ਪਾਸੇ ਹੋ ਜਾਂਦਾ। ਅੱਗੇ ਸਭ ਕਹਿੰਦੇ ਨੇ ਹੱਥ ਮਰੋੜੇ ਤਨ ਕੱਪੇ ਸਿਆਹ ਹੁਆ ਸੇਤ। ਹੁਣ ਦੇਖੋ ਜੀ ਜਦੋਂ ਅੰਤਲਾ ਸਮਾਂ ਹੁੰਦਾ ਹੈ ਨਾ, ਹੱਥ ਮਰੋੜੇ ਜਾਂਦੇ ਨੇ ਨਾ, ਫਿਰ ਉਹ ਵਿਚਾਰ ਕੀ ਦੁੱਖ, ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਆ ਜਾਵੇ, ਤਨ ਨੂੰ ਕੋਈ ਰੋਗ ਲੱਗ ਜਾਵੇ, ਭਿਆਨਕ ਬਿਮਾਰੀ ਲੱਗ ਜਾਵੇ, ਤੇ ਉਹ ਹੱਥ ਮਰੋੜਨ ਵਾਲੀ ਜਿਹੜੀ ਗੱਲ ਹੋ ਜਾਂਦੀ ਹੈ। ਹੱਥ ਮਰੋੜੇ ਤਨ ਕੱਪੇ, ਜਮ ਦੇਖੋ ਹੱਥ ਮਰੋੜਦੇ ਨੇ ਨਾ, ਤਨ ਕੱਪੇ ਸਰੀਰ ਕੰਬਦਾ ਹੈ। ਸਿਆਹ ਹੁਆ ਸੇਤ, ਸਿਆਹ ਦਾ ਅਰਥ ਬਣੇਗਾ ਕਾਲਾ, ਹੁਆ ਦਾ ਭਾਵ ਕਿ ਕਿਸ ਤਰ੍ਹਾਂ ਇਹਨਾਂ ਦੀ ਵਿਚਾਰ ਦੇ ਵਿੱਚ, ਜਿਵੇਂ ਸੇਤ ਦਾ ਅਰਥ ਹੈ ਚਿੱਟਾ, ਕਾਲੇ ਤੋਂ ਰੰਗ ਚਿੱਟਾ ਹੁੰਦਾ ਹੈ ਜੀ। ਰੰਗ ਬਦਲਦੇ ਨੇ ਜਦੋਂ ਬੰਦੇ ਦਾ ਅੰਤਲਾ ਸਮਾਂ ਸਾਹਮਣੇ ਆ ਜਾਵੇ। ਹਰ ਕੋਈ ਡਰ ਜਾਂਦਾ ਹੈ, ਹਰ ਕੋਈ ਘਬਰਾ ਜਾਂਦਾ ਹੈ, ਹਰ ਕੋਈ ਕਹਿੰਦਾ ਹੈ ਕਿ ਮੈਂ ਇੱਥੋਂ ਤੱਕ ਦੁਖੀ ਹੋ ਗਿਆ ਹੈ। ਸਿਆਹ ਹੁਆ ਸੇਤ, ਕਾਲੇ ਤੋਂ ਰੰਗ ਚਿੱਟਾ ਹੁੰਦਾ ਹੈ ਚਿਹਰੇ ਦਾ, ਕਿਉਂਕਿ ਮੌਤ ਦਾ ਡਰ ਸਾਹਮਣੇ ਆ ਗਿਆ। ਫਿਰ ਪਤਾ ਲੱਗਦਾ ਹੈ ਕਿ ਕੁਝ ਨਹੀਂ ਇੱਥੋਂ ਤੱਕ ਜਿਹੜਾ ਜ਼ਿੰਦਗੀ ਵਿੱਚ ਆਪਣੇ ਬੀਜਿਆ ਤੇ ਬੀਜੇ ਹੋਏ ਦਾ ਫਲ ਮੈਂ ਕਿਸ ਤਰ੍ਹਾਂ ਜਿਹੜਾ ਪ੍ਰਾਪਤ ਕਰ ਲਵਾਂ। ਸਭ ਕਹਿੰਦੇ ਨੇ ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ। ਜਿੱਦਾਂ ਦਾ ਬੰਦਾ ਇੱਥੋਂ ਤੱਕ ਬੀਜੇਗਾ ਨਾ ਆਪਣੇ ਇੱਥੋਂ ਤੱਕ ਜੀਵਨ ਦੇ ਵਿੱਚ, ਉਸੇ ਤਰ੍ਹਾਂ ਦਾ ਇੱਥੋਂ ਤੱਕ ਜਿਹੜਾ ਹੈ ਨਾ ਉਹਨੂੰ ਫਲ ਵੀ ਪ੍ਰਾਪਤ ਹੁੰਦਾ। ਸਰੀਰ ਦੇਖੋ ਜੀ ਇੱਕ ਖੇਤ ਦੇ ਸਮਾਨ ਹੈ, ਤੇ ਜਦੋਂ ਅਸੀਂ ਇਸ ਖੇਤ ਦੇ ਅਨੁਸਾਰ ਕੋਈ ਨਾ ਕੋਈ ਬੀਜ ਜਿਹੜਾ ਇਹਨਾਂ ਇਸ ਖੇਤ ਦੇ ਵਿੱਚ ਭਾਵ ਕੇ ਆਪਣੇ ਜੀਵਨ ਦੇ ਵਿੱਚ, ਚਲੋ ਜੀਵਨ ਦੀ ਗੱਲ ਕਰ ਲਈਏ, ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਬੀਜਦੇ ਆ ਤੇ ਆਖਰਕਾਰ ਨੂੰ ਦੇਖੋ ਜੀ ਉਹ ਕੰਮ ਵੀ ਆਵੇਗਾ, ਉਹਦਾ ਫਲ ਬੜਾ ਮਿੱਠਾ ਮਿਲੇਗਾ, ਕਿਉਂਕਿ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਪ੍ਰਮਾਤਮਾ ਖਸਮ ਹੈ। ਤੇ ਜਿਸ ਤਰ੍ਹਾਂ ਦਾ ਅਸੀਂ ਬੀਜ ਲਵਾਂਗੇ ਉਸ ਤਰ੍ਹਾਂ ਦਾ ਹੀ ਪ੍ਰਾਪਤ ਕਰ ਲਵਾਂਗੇ। ਜਿਸ ਤਰ੍ਹਾਂ ਦਾ ਇੱਥੋਂ ਤੱਕ ਬੀਜਾਂਗੇ ਉਦਾਂ ਦਾ ਵੱਢ ਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਹਾਸਲ ਕਰ ਲਵਾਂਗੇ। ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। हे ਨਾਨਕ ਜੀ, ਅਸੀਂ ਆਪ ਜੀ ਦੀ ਇੱਥੋਂ ਤੱਕ ਸ਼ਰਨ ਦੇ ਵਿੱਚ ਆਏ। ਮੇਰੇ ਪ੍ਰਮਾਤਮਾ ਜੀ, ਤੁਸੀਂ ਆਪਣੀ ਸ਼ਰਨ ਦੇ ਵਿੱਚ ਮਿਲਾ ਕਰਕੇ ਨਾ ਆਪਣੀ ਕਿਰਪਾ ਜਦੋਂ ਆਪਣੇ ਨਿਮਾਣਿਆਂ ਤੇ ਕਰਦੇ ਜੀ। ਚਰਨ ਬੋਹਿਤ ਪ੍ਰਭ ਦੇਤ, ਤੇ ਕਿਹਨਾਂ ਦੇ ਚਰਨਾਂ ਦੀ ਗੱਲ ਕੀਤੀ ਹੈ?
ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕਰਕੇ ਦੇਖੋ ਜੀ ਉਹਨੂੰ ਜਹਾਜ਼ ਦਾ ਸਮਾਨ ਮੰਨਿਆ ਗਿਆ ਹੈ। ਪ੍ਰਮਾਤਮਾ ਦੇ ਚਰਨ ਜਹਾਜ਼ ਦੇ ਬਰਾਬਰ ਨੇ, ਉਹਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਬਿਠਾ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਤੇ ਸਭ ਕਹਿੰਦੇ ਨੇ ਚਰਨ ਬੋਹਿਤ ਪ੍ਰਭ ਦੇਤ, ਤੇ ਗੁਰੂ ਵੀ ਇੱਥੋਂ ਤੱਕ ਕਿਰਪਾ ਕਰਨ ਵਾਲਾ ਹੈ। ਜਿਹੜੇ ਗੁਰੂ ਦੇ ਇੱਥੋਂ ਤੱਕ ਚਰਨਾਂ ਦੀ ਪ੍ਰੀਤੀ ਆਪਣੇ ਹਿਰਦੇ ਵਿੱਚ ਪੈਦਾ ਕਰ ਲਈ, ਉਹਦਾ ਤੇ ਬਾਪੂ ਇੱਥੋਂ ਤੱਕ ਜਿਹੜਾ ਹੈ ਨਾ ਖੁਦ ਆਪ ਉਹਦੇ ਤੇ ਰਹਿਮਤ ਕਰੇਗਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਤੇ ਸਤਿਗੁਰੂ ਦੀ ਆਪਣੀ ਇੱਥੋਂ ਤੱਕ ਰਹਿਮਤ ਹੋਵੇਗੀ, ਜਿਹਦੇ ਤੇ ਦਇਆ ਹੋਵੇਗੀ, ਮਿਹਰ ਭਰਿਆ ਹੱਥ ਹੋਵੇਗਾ, ਉਹਦਾ ਇੱਥੋਂ ਤੱਕ ਆਮ ਬੰਦਾ ਵੀ ਕੋਈ ਕੁਝ ਵਿਗਾੜ ਨਹੀਂ ਸਕਦਾ। ਰੱਬ ਵਿਗਾੜੇ ਤੇ ਗੱਲ ਕਿਧਰੇ ਹੈ, ਬੰਦਾ ਆਮ ਉਹਦਾ ਕੁਝ ਨਹੀਂ ਵਿਗਾੜ ਸਕਦਾ। ਜਿਹਦੇ ਸਿਰ ਤੇ ਇੱਥੋਂ ਤੱਕ ਰਹਿਮਤਾਂ ਦੇ ਮੁਜੱਸਮੇ ਦਾਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਹੋਵੇ। ਉਹ ਘਬਰਾਵੇ ਨਾ, ਉਹ ਡਰੇ ਨਾ। ਸਭ ਕਹਿੰਦੇ ਸੰਸਾਰ ਦੇ ਵਿੱਚ ਆਏ ਬੰਦੇ ਇੱਥੋਂ ਤੱਕ ਬੜਾ ਘਬਰਾਉਂਦੇ ਨੇ, ਬੰਦੇ ਇੱਥੋਂ ਤੱਕ ਬੜਾ ਡਰਦੇ ਨੇ, ਆਪਣੇ ਅੰਦਰ ਵੱਖਰੀਆਂ ਵੱਖਰੀਆਂ ਵਿਚਾਰਾਂ ਜਿਹੜੀਆਂ ਉਤਪੰਨ ਕਰਦੇ ਨੇ। ਉਹਦਾ ਕਾਰਨ ਕੀ ਹੈ ਕਿ ਅਸੀਂ ਰੱਬ ਦੇ ਰਾਹ ਤੋਂ ਟੁੱਟੇ ਪਏ ਹਾਂ, ਰੱਬ ਦੇ ਇੱਥੋਂ ਤੱਕ ਰਸਤੇ ਤੋਂ ਭਟਕੇ ਪਏ ਹਾਂ। ਜਿੱਦਣ ਰੱਬ ਦੇ ਮਾਰਗ ਦੇ ਪਾਂਧੀ ਬਣ ਗਏ, ਗੁਰੂ ਦੇ ਰਸਤੇ ਤੇ ਯਤਨਸ਼ੀਲ ਹੋ ਗਏ, ਸਤਿਗੁਰੂ ਨੇ ਆਪੇ ਦਇਆ ਕਰ ਦੇਣੀ ਹੈ। ਤੇ ਉਹਦੇ ਜਿਹੜੇ ਚਰਨਾਂ ਦਾ ਪਿਆਰ ਮਾਣਾਂਗੇ ਤੇ ਉਹਦੇ ਚਰਨਾਂ ਨੂੰ ਇੱਥੋਂ ਤੱਕ ਜਹਾਜ਼ ਦੇ ਸਮਾਨ ਜਾਣ ਕੇ ਉਹਦੇ ਵਿੱਚ ਬੈਠ ਕਰਕੇ ਸੰਸਾਰ ਦੇ ਵਿੱਚੋਂ ਵੀ ਸਮੁੰਦਰ ਦੇ ਵਿੱਚੋਂ ਤਰਿਆ ਜਾਵੇਗਾ। ਵਿਕਾਰਾਂ ਦੀਆਂ ਲਹਿਰਾਂ ਸਾਨੂੰ ਕੁਝ ਨਹੀਂ ਕਰ ਸਕਦੀਆਂ। ਫਿਰ ਸਾਹਿਬ ਨੇ ਅਖੀਰ ਤੇ ਸੇ ਪ੍ਰਥਾਏ ਬਚਨ ਬਖਸ਼ਿਆ ਏ, ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਿ ਦੇਖੋ ਕਿ ਭਾਦਰੋਂ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਇਹ ਬਚਨ ਉਚਾਰਨ ਕਰਦੇ ਨੇ ਕਿ ਕਿਸੇ ਵੀ ਪ੍ਰਕਾਰ ਦਾ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਨਹੀਂ ਆਉਂਦਾ, ਕਿਸੇ ਵੀ ਪ੍ਰਕਾਰ ਜਜ਼ਬੇ ਦੀ ਇੱਥੋਂ ਤੱਕ ਹੰਗਤਾ ਬੰਦੇ ਦੇ ਮਨ ਵਿੱਚ ਪੈਦਾ ਨਹੀਂ ਹੁੰਦੀ, ਕਿਉਂਕਿ ਉਹਦੇ ਤੇ ਸਤਿਗੁਰੂ ਆਪ ਮਿਹਰਬਾਨ ਹੁੰਦਾ ਹੈ ਤੇ ਉਹਨੂੰ ਇੱਥੋਂ ਤੱਕ ਨਰਕਾਂ ਤੋਂ ਜਿਹੜਾ ਹੈ ਨਾ ਪਾਸੇ ਰੱਖ ਕਰਕੇ ਵਾਹਿਗੁਰੂ ਪ੍ਰਮਾਤਮਾ ਨੂੰ ਸਵਰਗਾਂ ਦਾ ਧਾਰਨੀ ਬਣਾ ਦਿੰਦਾ।